ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ। ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰਹੁ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਏਹੀ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ। ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਭਜ ਹਰਿ ਕੀ ਸੇਵ। ਭਜਹੁ ਗੋਬਿੰਦ ਭੂਲ ਮਤ ਜਾਹੁ ਮਾਨਸ ਜਨਮ ਕਾ ਏਹੀ ਲਾਹੁ। ਭਜਹੁ ਗੋਬਿੰਦ ਭੂਲ ਮਤ ਜਾਹੁ ਮਾਨਸ ਜਨਮ ਕਾ ਏਹੀ ਲਾਹੁ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ। ਆਪਾਂ ਸਰਬੱਤ ਗੁਰੂ ਕੀਆਂ ਸੰਗਤਾਂ ਨਗਰ ਨਿਵਾਸੀ ਸਤਿਗੁਰਾਂ ਦੇ ਪਾਵਨ ਸ੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਹਰ ਰੋਜ਼ ਦੀ ਤਰ੍ਹਾਂ ਸੁਸ਼ੋਭਿਤ ਹੋ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰ ਰਹੇ ਹਾਂ। ਹਰ ਰੋਜ਼ ਦੀ ਤਰ੍ਹਾਂ ਪਾਵਨ ਪਵਿੱਤਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੀ ਪ੍ਰਕਾਸ਼ ਦੀ ਸੇਵਾ ਹੋਈ ਹੈ।
ਉਪਰੰਤ ਗੁਰਬਾਣੀ ਵਿਚਾਰ ਆਪਾਂ ਗੁਰੂ ਸਿੱਖਾਂ ਦੇ ਪਾਵਨ ਮੁਖਾਰ ਬਿੰਦ ਤੋਂ ਸਾਰੇ ਗੁਰਸਿੱਖਾਂ ਨੇ ਰਲ ਮਿਲ ਕਰਕੇ ਸ਼ਰਵਣ ਕਰਨ ਦਾ ਯਤਨ ਕੀਤਾ ਹੈ। ਇਹ ਜਿਹੜਾ ਮਨੁੱਖਾ ਜੀਵਨ ਹੈ, ਇਹ ਸਾਨੂੰ ਤੁਰਦਾ ਫਿਰਦਾ ਤੰਦਰੁਸਤ ਬਹੁਤ ਚੰਗਾ ਲੱਗਦਾ ਹੈ, ਪਰ ਜਦੋਂ ਇਸ ਚੱਲਦੇ ਹੋਏ ਸਰੀਰ ਦੇ ਅੰਦਰ ਕਮਜ਼ੋਰੀ ਆਉਣੀ, ਬੁਢੇਪਾ ਆਉਣਾ ਜਦੋਂ ਸ਼ੁਰੂ ਹੋ ਜਾਂਦਾ ਹੈ, ਜਾਂ ਕੋਈ ਬਿਮਾਰੀ ਐਸੀ ਲੱਗ ਜਾਂਦੀ ਹੈ ਜਿਸ ਦੇ ਨਾਲ ਸਾਨੂੰ ਮੌਤ ਚੇਤੇ ਆਉਣੀ ਸ਼ੁਰੂ ਹੋ ਜਾਵੇ, ਉਦੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਜਿਹੜਾ ਜੀਵਨ ਹੈ ਇਹ ਕਿੰਨਾ ਕੁ ਕੀਮਤੀ ਹੈ। ਕਿਉਂਕਿ ਜਦੋਂ ਸਾਡੇ ਕੋਲ ਜਿਹੜੀ ਚੀਜ਼ ਬਹੁਤ ਜ਼ਿਆਦਾ ਹੋਵੇ ਉਸ ਦੀ ਅਸੀਂ ਕੀਮਤ ਨਹੀਂ ਪਾਉਂਦੇ, ਉਸ ਦਾ ਅਸੀਂ ਮੁੱਲ ਨਹੀਂ ਤਾਰਦੇ। ਜਿਵੇਂ ਆਪਣੇ ਹੱਥ ਪੈਰ ਬਾਹਾਂ ਮੂੰਹ ਨੱਕ ਸਭ ਕੁਝ ਲੱਗਾ ਹੋਇਆ ਹੈ, ਜਿਸ ਦੀ ਇੱਕ ਬਾਂਹ ਨਾ ਹੋਵੇ ਉਸ ਨੂੰ ਪਤਾ ਹੁੰਦਾ ਹੈ ਕਿ ਦੋ ਬਾਹਾਂ ਦੀ ਕੀਮਤ ਕੀ ਹੁੰਦੀ ਹੈ। ਜਿਹੜੇ ਮਨੁੱਖ ਦੇ ਕੋਲ ਅੱਖਾਂ ਨਾ ਹੋਣ ਉਹਨੂੰ ਪਤਾ ਹੁੰਦਾ ਹੈ ਕਿ ਅੱਖਾਂ ਦੇ ਨਾਲ ਦੇਖਣਾ ਕੀ ਹੁੰਦਾ ਹੈ। ਜਿਹਨੂੰ ਕੰਨਾਂ ਦੇ ਨਾਲ ਸੁਣਦਾ ਨਹੀਂ, ਜਿਹੜਾ ਮੂੰਹ ਦੇ ਨਾਲ ਬੋਲ ਨਹੀਂ ਸਕਦਾ, ਉਹਨੂੰ ਪਤਾ ਹੁੰਦਾ ਹੈ ਕਿ ਸੁਣਨਾ ਕੀ ਹੁੰਦਾ ਹੈ ਤੇ ਬੋਲਣਾ ਕੀ ਹੁੰਦਾ ਹੈ। ਪਰ ਆਪਣੇ ਕੋਲ ਇਹਨਾਂ ਸਾਹਾਂ ਦੀ ਬਹੁਤ ਜ਼ਿਆਦਾ ਆਪਾਂ ਇਸ ਦੀ ਪਰਵਾਹ ਨਹੀਂ ਕਰਦੇ। ਸਵੇਰ ਤੋਂ ਉੱਠਦੇ ਹਾਂ, ਸਿਰਫ ਆਪਾਂ ਇੱਕ ਆਮ ਜਿਹੀ ਜ਼ਿੰਦਗੀ ਜੀ ਕੇ ਇਸ ਸੰਸਾਰ ਤੋਂ ਚਲੇ ਜਾਂਦੇ ਹਾਂ। ਕਿਉਂਕਿ ਆਪਾਂ ਪਹਿਲਾਂ ਵੀ ਇੱਕ ਦਿਨ ਵਿਚਾਰ ਕੀਤੀ ਸੀ ਕਿ ਸੰਸਾਰ ਦੇ ਅੰਦਰ ਜਨਮ ਲੈਣਾ ਤੇ ਜੀਵਨ ਨੂੰ ਬਤੀਤ ਕਰਨਾ ਤੇ ਫਿਰ ਮਰ ਜਾਣਾ, ਇਹ ਤਾਂ ਸਾਰੇ ਹੀ ਕਰਦੇ ਆ। ਪਰ ਜਨਮ ਤੋਂ ਬਾਅਦ ਆਪਾਂ ਜੀਵਨ ਕਿਵੇਂ ਜਿਉਏ ਆ, ਆਪਾਂ ਕਿੰਨੇ ਕੁ ਗੁਣ ਗ੍ਰਹਿਣ ਕੀਤੇ ਨੇ, ਕਿੰਨਾ ਕੁ ਆਪਾਂ ਹੋਰ ਸਕੇ ਸੰਬੰਧੀਆਂ ਦਾ, ਹੋਰ ਦੁਨੀਆ ਦਾ ਭਲਾ ਕੀਤਾ ਹੈ, ਜਾਂ ਕਿੰਨਾ ਕੁ ਅਸੀਂ ਨਾਮ ਜਪਿਆ ਹੈ, ਕਿੰਨੀ ਕੁ ਸੇਵਾ ਕੀਤੀ ਹੈ। ਇਹ ਗੱਲ ਦੱਸਦੀ ਹੈ ਕਿ ਅਸੀਂ ਜੀਵਨ ਸਫਲ ਕਰਕੇ ਜਾ ਰਹੇ ਹਾਂ ਜਾਂ ਸਿਰਫ ਬਤੀਤ ਕਰਕੇ ਜਾ ਰਹੇ ਹਾਂ। ਸੋ ਅੱਜ ਦੀ ਜੋ ਪਾਵਨ ਵਿਚਾਰ ਵੀ ਆਪਾਂ ਇਹੀ ਕਰਨੀ ਹੈ ਕਿ ਮਨੁੱਖ ਦਾ ਇਸ ਸੰਸਾਰ ਤੇ ਆਉਣਾ ਕਿਵੇਂ ਸਫਲਾ ਹੋ ਸਕਦਾ ਹੈ। ਕਿਉਂਕਿ ਜਿਹੜੀ ਮੌਤ ਹੈ ਉਹ ਤੇ ਆਪਾਂ ਨੂੰ ਪਤਾ ਹੀ ਹੈ ਕਿ ਇੱਕ ਅਟੱਲ ਸੱਚਾਈ ਹੈ, ਜਿਸ ਨੂੰ ਟਾਲਿਆ ਨਹੀਂ ਜਾ ਸਕਦਾ। ਆਪਾਂ ਹੋਰ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਟਾਲ ਸਕਦੇ ਹਾਂ। ਜਿਵੇਂ ਕਈ ਸੰਸਥਾਵਾਂ ਐਸੀਆਂ ਬਣੀਆਂ ਨੇ ਜਿਹੜੀਆਂ ਆਖਦੀਆਂ ਨੇ ਰੱਬ ਹੈ ਹੀ ਨਹੀਂ, ਜਾਂ ਕਈ ਆਖ ਦਿੰਦੇ ਨੇ ਕਿ ਇਹ ਕੁਦਰਤ ਹੀ ਰੱਬ ਹੈ। ਚਲੋ ਇਹ ਵੀ ਗੱਲ ਗੁਰਬਾਣੀ ਦੇ ਵਿੱਚ ਆਈ ਹੈ ਕਿ ਕੁਦਰਤ ਕਰਕੇ ਵਸਿਆ ਸੋਏ, ਕਿ ਉਹ ਵਾਹਿਗੁਰੂ ਪਰਮੇਸ਼ਰ ਇਹ ਕੁਦਰਤ ਰੂਪ ਹੋ ਕਰਕੇ ਇਸ ਸੰਸਾਰ ਦੇ ਅੰਦਰ ਸਮਾਇਆ ਹੋਇਆ ਹੈ। ਤੇ ਆਪਾਂ ਜਿਹੜਾ ਜੀਵਨ ਹੈ ਉਸ ਨੂੰ ਕਿਵੇਂ ਸਫਲਾ ਕਰ ਸਕਦੇ ਹਾਂ, ਇਸ ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਗੁਰਫਤਿਹ ਪ੍ਰਵਾਨ ਕਰੋ ਜੀ। ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਗੁਰਬਾਣੀ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦੇ ਆਪਾਂ ਪਾਵਨ ਬਚਨ ਪੜ੍ਹੇ ਹਨ
ਕਿ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਕਿ ਇਹ ਜਿਹੜਾ ਮਨੁੱਖਾ ਸਰੀਰ ਹੈ, ਇਹ ਸਾਨੂੰ ਪ੍ਰਾਪਤ ਕਿਉਂ ਹੋਇਆ? ਵੈਸੇ ਤਾਂ ਆਪਾਂ ਇਸ ਸਰੀਰ ਤੋਂ ਬਹੁਤ ਸਾਰੇ ਕੰਮ ਲੈਂਦੇ ਹਾਂ, ਪਰ ਜਿਹੜੇ ਕੰਮ ਨੇ ਉਹ ਦੋ ਤਰ੍ਹਾਂ ਦੇ ਹੁੰਦੇ ਨੇ। ਜਿਵੇਂ ਆਪਾਂ ਇੱਕ ਦਿਨ ਪਹਿਲਾਂ ਵੀ ਉਦਾਹਰਨ ਦਿੱਤੀ ਸੀ ਕਿ ਆਪਾਂ ਜਦੋਂ ਸ਼ਹਿਰ ਕਿਸੇ ਕੰਮ ਲਈ ਜਾਂਦੇ ਹਾਂ, ਇੱਕ ਕੰਮ ਹੁੰਦਾ ਜਿਵੇਂ ਕੋਈ ਕਿਸਾਨ ਵੀਰ ਮੰਡੀ ਦੇ ਵਿੱਚ ਆਪਣਾ ਕਣਕ ਝੋਨਾ ਨਰਮਾ ਵੇਚਣ ਜਾਂਦਾ ਹੈ, ਉਹ ਉਸ ਦਾ ਮੁੱਖ ਕਾਰਨ ਹੁੰਦਾ ਹੈ ਸ਼ਹਿਰ ਜਾਣ ਦਾ। ਪਰ ਆਪਾਂ ਸੋਚਦੇ ਹਾਂ ਕਿ ਚਲੋ ਆਏ ਹਾਂ ਤੇ ਹੋਰ ਜਿਹੜੇ ਕੰਮਕਾਰ ਨੇ, ਕੋਈ ਸੌਦਾ ਪੱਤਾ, ਕੋਈ ਹੋਰ ਜਿਹੜੇ ਛੋਟੇ ਮੋਟੇ ਕੰਮ ਨੇ ਉਹ ਵੀ ਕਰਦੇ ਜਾਈਏ। ਉਸੇ ਪ੍ਰਕਾਰ ਇਸ ਮਨੁੱਖਾ ਜੀਵਨ ਦਾ ਇੱਕ ਮੁੱਖ ਕਾਰਨ ਹੈ। ਦੂਸਰੇ ਜਿਹੜੇ ਕਾਰਨ ਨੇ, ਦੂਸਰੇ ਜਿਹੜੇ ਕੰਮ ਨੇ, ਉਹ ਇਸ ਸਰੀਰ ਦੀ ਪਾਲਣਾ ਪੋਸ਼ਣਾ ਦੇ ਲਈ ਹੈ। ਉਦਾਹਰਨ ਵਜੋਂ ਇੱਕ ਘੋੜ ਸਵਾਰ ਆਪਣੇ ਘੋੜੇ ਦੀ ਬਹੁਤ ਤਰ੍ਹਾਂ ਕਰਕੇ ਸੇਵਾ ਕਰੇ, ਮਾਲਿਸ਼ ਕਰੇ, ਖਰਖਰਾ ਫੇਰੇ, ਪਰ ਜੇ ਉਹ ਘੋੜਾ ਭੱਜਣ ਦੇ ਕੰਮ ਹੀ ਨਾ ਆਵੇ ਤਾਂ ਉਸ ਘੋੜੇ ਦਾ ਹੋਰ ਫਿਰ ਕੋਈ ਫਾਇਦਾ ਨਹੀਂ। ਉਹਦਾ ਜਿਹੜਾ ਸੁੰਦਰ ਸਰੀਰ, ਉੱਚਾ ਸਰੀਰ, ਲੰਬਾ ਸਰੀਰ ਕਿਸੇ ਕੰਮ ਦਾ ਨਹੀਂ ਆਉਂਦਾ ਜੇ ਉਹ ਭੱਜ ਨਹੀਂ ਸਕਦਾ। ਤੇ ਇਸੇ ਪ੍ਰਕਾਰ ਜਿਹੜਾ ਮਨੁੱਖਾ ਜੀਵਨ ਹੈ, ਭਗਤ ਕਬੀਰ ਸਾਹਿਬ ਜੀ ਦੇ ਇਹ ਪਾਵਨ ਬਚਨ ਆਪਾਂ ਪੜ੍ਹ ਰਹੇ ਹਾਂ, ਗੁਰ ਸੇਵਾ ਤੇ ਭਗਤ ਕਮਾਈ। ਇੱਕ ਤਾਂ ਗੁਰੂ ਦੀ ਸੇਵਾ ਔਰ ਦੂਸਰਾ ਭਗਤ ਕਮਾਈ। ਇਹ ਭਗਤੀ ਦੀ, ਵਾਹਿਗੁਰੂ ਜੀ ਦੀ ਬੰਦਗੀ ਦੀ ਕਮਾਈ ਕਰਨ ਦੇ ਲਈ ਤਬ ਇਹ ਮਾਨਸ ਦੇਹੀ ਪਾਈ। ਜੂਨਾਂ ਨੂੰ ਭੋਗ ਕੇ ਉਸ ਤੋਂ ਬਾਅਦ ਇਸ ਸਾਡੀ ਆਤਮਾ ਨੇ, ਇਸ ਸਾਡੇ ਸੂਖਸ਼ਮ ਸਰੀਰ ਨੇ, ਜਿਸ ਨੂੰ ਆਪਾਂ ਰੂਹ ਆਖਦੇ ਹਾਂ, ਇਸ ਰੂਹ ਨੇ ਇਹ ਜਿਹੜਾ ਮਨੁੱਖਾ ਸਰੀਰ ਹੈ ਉਸ ਨੂੰ ਧਾਰਨ ਕੀਤਾ। ਭਾਈ ਨੰਦ ਲਾਲ ਸਾਹਿਬ ਜੀ ਸਿੱਖ ਕੌਮ ਦੇ ਅੰਦਰ ਬੜੇ ਵੱਡੇ ਅਰਬੀ ਫਾਰਸੀ ਦੇ ਆਲਮ ਫਾਜ਼ਲ ਵਿਦਵਾਨ ਹੋਏ ਨੇ। ਉਹਨਾਂ ਨੇ ਸਿੱਖ ਕੌਮ ਦੀ ਝੋਲੀ ਦੇ ਅੰਦਰ ਤਕਰੀਬਨ 7-8 ਗ੍ਰੰਥ ਅਰਬੀ ਫਾਰਸੀ ਦੇ ਅੰਦਰ ਲਿਖ ਕਰਕੇ ਝੋਲੀ ਦੇ ਵਿੱਚ ਪਾਏ ਨੇ। ਤੇ ਭਾਈ ਨੰਦ ਲਾਲ ਸਾਹਿਬ ਜੀ ਦਾ ਇੱਕ ਗ੍ਰੰਥ ਦਾ ਨਾਮ ਹੈ ਜ਼ਿੰਦਗੀ ਨਾਮਾ ਹੈ। ਭਾਈ ਨੰਦ ਲਾਲ ਸਾਹਿਬ ਜੀ ਨੂੰ ਇੱਕ ਵਾਰ ਕਿਸੇ ਨੇ ਪੁੱਛਿਆ ਕਿ ਭਾਈ ਨੰਦ ਲਾਲ ਜੀ, ਤੁਸੀਂ ਬੜੇ ਵਿਦਵਾਨ ਹੋ, ਗੁਰੂ ਕੀ ਸੰਗਤ ਕਰਨ ਵਾਲੇ ਹੋ, ਇੱਕ ਸਵਾਲ ਦਾ ਜਵਾਬ ਦਿਓ ਕਿ ਕਿਹੜਾ ਧਨ ਕੀਮਤੀ ਹੈ, ਐਸੀ ਧਨ ਦੌਲਤ ਕਿਹੜੀ ਹੈ ਜਿਹੜੀ ਹਮੇਸ਼ਾ ਰਹਿੰਦੀ ਹੈ। ਤਾਂ ਭਾਈ ਨੰਦ ਲਾਲ ਸਾਹਿਬ ਜੀ ਨੇ ਬਚਨ ਆਖੇ ਕਿ ਇਹ ਗੁਰਮੁਖਾ, ਇਹ ਜਿਹੜਾ ਨਾਮ ਜਪਣਾ ਹੈ, ਦੌਲਤੇ ਜਾਵੇਦ ਬਾਸ਼ਦ ਬੰਦਗੀ, ਬੰਦਗੀ ਕੁਨ ਬੰਦਗੀ ਕੁਨ ਬੰਦਗੀ, ਦੌਲਤੇ ਜਾਵੇਦ। ਜਾਵੇਦ ਦਾ ਅਰਥ ਹੁੰਦਾ ਹੈ ਹਮੇਸ਼ਾ। ਕਿਹੜੀ ਦੌਲਤ ਹੈ ਜਿਹੜੀ ਹਮੇਸ਼ਾ ਰਹਿਣ ਵਾਲੀ ਹੈ। ਬਾਸ਼ਦ ਬੰਦਗੀ, ਬੰਦਗੀ ਕਰਨੀ, ਨਾਮ ਜਪਣਾ, ਗੁਰਬਾਣੀ ਪੜ੍ਹਨੀ, ਇਹ ਹਮੇਸ਼ਾ ਰਹਿਣ ਵਾਲੀ ਦੌਲਤ ਹੈ। ਕਿਉਂਕਿ ਜਿਹੜੇ ਵਿਦਵਾਨ ਪੁਰਸ਼ ਨੇ ਉਹਨਾਂ ਨੇ ਕਈ ਪ੍ਰਕਾਰ ਦੀ ਦੌਲਤ ਮੰਨੀ ਹੈ।
ਇੱਕ ਤਾਂ ਦੌਲਤ ਪ੍ਰਤੱਖ ਰੂਪ ਦੇ ਅੰਦਰ ਪੈਸਾ ਹੁੰਦਾ ਹੈ। ਇਹ ਪੈਸਾ ਜਿਹੜਾ ਹੈ ਇਹ ਕਦੇ ਵੀ ਆਪਣੇ ਸਿੱਧੇ ਤੌਰ 'ਤੇ ਕੰਮ ਨਹੀਂ ਆਉਂਦਾ, ਕਿਉਂਕਿ ਪੈਸੇ ਨੂੰ ਆਪਾਂ ਖਾ ਤੇ ਸਕਦੇ ਨਹੀਂ। ਇਸ ਲਈ ਪੈਸੇ ਦੇ ਨਾਲ ਆਪਾਂ ਅੰਨ ਖਰੀਦ ਕੇ, ਹੋਰ ਪਦਾਰਥ ਖਰੀਦ ਕੇ ਖਾ ਸਕਦੇ ਹਾਂ। ਤੇ ਦੂਸਰਾ, ਵਿਦਵਾਨਾਂ ਨੇ ਜਿਹੜਾ ਮਾਲ ਡੰਗਰ, ਪਸ਼ੂ ਪੰਛੀ ਇਹ ਰੱਖਣੇ, ਇਸ ਨੂੰ ਵੀ ਧਨ ਮੰਨਿਆ ਹੈ। ਪਰ ਇਸ ਨੂੰ ਵਿਦਵਾਨਾਂ ਨੇ ਅੱਧਾ ਧਨ ਆਖਿਆ ਹੈ। ਅੱਧਾ ਧਨ ਤਾਂ ਆਖਿਆ ਹੈ ਕਿ ਜੇ ਕਿਸੇ ਜਾਨਵਰ ਦੇ, ਕਿਸੇ ਪਸ਼ੂ ਦੇ ਸਵਾਸ ਰੁਕ ਜਾਣ, ਤੇ ਜੇ 50-60 ਹਜ਼ਾਰ ਦੀ ਮੱਝ ਹੈ, ਗਾਂ ਆ, ਤੇ ਉਹ 1 ਸਕਿੰਟ ਦੇ ਵਿੱਚ ਉਹ ਜ਼ੀਰੋ ਦੀ ਹੋ ਜਾਂਦੀ ਜੇ ਮੌਤ ਹੋ ਜਾਵੇ। ਇਸ ਲਈ ਇਹ ਜਿਹੜੇ ਧਨ ਨੇ ਇਹ ਹਮੇਸ਼ਾ ਰਹਿਣ ਵਾਲੇ ਨਹੀਂ। ਜਿਹੜਾ ਪੈਸਾ ਆਪਾਂ ਕਮਾਉਣੇ ਆ ਇਹ ਵੀ ਹਮੇਸ਼ਾ ਰਹਿਣ ਵਾਲਾ ਨਹੀਂ ਹੁੰਦਾ। ਇਸ ਦੇ ਵੀ 4 ਭਾਗੀਦਾਰ ਵਿਦਵਾਨਾਂ ਨੇ ਆਖੇ ਨੇ ਕਿ ਜੇ ਆਪਾਂ ਬਹੁਤੀ ਮਾਇਆ ਇਕੱਠੀ ਕਰਕੇ ਰੱਖਦੇ ਹਾਂ, ਜੇ ਆਪਾਂ ਧਰਮ ਦੇ ਲੇਖੇ ਨਹੀਂ ਲਾਉਂਦੇ, ਤੇ ਪਹਿਲਾਂ ਇਸ ਦਾ ਡਰ ਹੈ ਚੋਰਾਂ ਕਰਕੇ। ਇਸ ਪੈਸੇ ਨੂੰ ਕੋਈ ਚੋਰ, ਉਚੱਕਾ, ਠੱਗ ਠੱਗੀ ਮਾਰ ਕੇ ਲੈ ਕੇ ਜਾ ਸਕਦਾ ਹੈ। ਫਿਰ ਦੂਸਰਾ ਡਰ ਰਹਿੰਦਾ ਹੈ ਨਾਸ਼ ਹੋਣ ਦਾ, ਕਿ ਇਸ ਨੂੰ ਕਿਸੇ ਬੰਨੋਂ ਕੋਈ ਅੱਗ, ਕੋਈ ਘੁਣ ਆਦਿਕ ਨਾ ਲੱਗ ਜਾਵੇ। ਜਿਵੇਂ ਪੁਰਾਣੇ ਸਮਿਆਂ ਦੇ ਅੰਦਰ ਘੜੇ ਬੰਨ੍ਹ ਕੇ ਪੈਸੇ ਨੱਪਦੇ ਸੀ, ਤੇ ਉਹ ਪੈਸੇ ਹੀ ਇੱਧਰ ਉੱਧਰ ਹੋ ਜਾਂਦੇ ਸੀ, ਕਿਉਂਕਿ ਧਰਤੀ ਘੁੰਮਦੀ ਹੈ। ਤੇ ਤੀਸਰਾ ਇਸ ਦਾ ਭਾਗੀਦਾਰ ਵਿਦਵਾਨਾਂ ਨੇ ਮੰਨਿਆ ਹੈ ਰਾਜਾ, ਕਿ ਜਾਂ ਜਿਹੜਾ ਸਾਡੀ ਕਮਾਈ ਹੈ ਉਸ ਨੂੰ, ਜਿਹੜੀ ਹਕੂਮਤ ਹੈ, ਸਮੇਂ ਦੀ ਜਿਹੜੀ ਸਰਕਾਰ ਹੈ, ਉਹ ਟੈਕਸ ਰੂਪ ਦੇ ਅੰਦਰ ਸਾਡੇ ਕੋਲੋਂ ਲੈ ਜਾਂਦੀ ਹੈ। ਤੇ ਚੌਥਾ ਹੈ ਇਸ ਦਾ ਭਾਗੀਦਾਰ ਧਰਮ। ਧਰਮ ਨੂੰ ਇੱਕ ਸਭ ਤੋਂ ਵੱਡਾ ਭਾਗੀਦਾਰ ਮੰਨਿਆ ਹੈ ਕਿ ਜੇ ਆਪਾਂ ਆਪਣੀ ਕਮਾਈ ਨੂੰ, ਆਪਣੀ ਦੌਲਤ ਨੂੰ ਧਰਮ ਦੇ ਲੇਖੇ ਦੇ ਵਿੱਚ ਦਸਵੰਧ ਰੂਪ ਦੇ ਅੰਦਰ ਨਹੀਂ ਲਾਉਂਦੇ, ਤੇ ਉਹ ਜਿਹੜੀ ਕੀਤੀ ਹੋਈ ਕਮਾਈ ਹੈ ਉਸ ਦਾ ਵੱਧ ਡਰ ਰਹਿੰਦਾ ਹੈ ਨਾਸ਼ ਹੋਣ ਦਾ। ਸੋ ਇਸ ਪ੍ਰਕਾਰ ਇਹ ਜਿਹੜੇ ਦੁਨਿਆਵੀ ਧਨ ਦੌਲਤ ਹੈ ਇਹ ਹਮੇਸ਼ਾ ਰਹਿਣ ਵਾਲੀ ਨਹੀਂ ਹੈ। ਤੇ ਭਾਈ ਨੰਦ ਲਾਲ ਸਾਹਿਬ ਜੀ ਨੇ ਆਖਿਆ ਕਿ ਦੌਲਤੇ ਜਾਵੇਦ ਬਾਸ਼ਦ ਬੰਦਗੀ, ਕਿ ਜਿਹੜੀ ਬਾਸ਼ਦ ਮੈਨੇ ਕਰਨੀ, ਬੰਦਗੀ ਮੈਨੇ ਨਾਮ ਜਪਣਾ। ਜਿਹੜਾ ਨਾਮ ਜਪਣਾ, ਬੰਦਗੀ ਕਰਨੀ, ਸਿਮਰਨ ਕਰਨਾ, ਦੌਲਤੇ ਜਾਵੇਦ, ਇਹ ਹਮੇਸ਼ਾ ਰਹਿਣ ਵਾਲਾ ਧਨ ਹੈ। ਤੇ ਨਾਲ ਹੀ ਅਗਲੀ ਪੰਕਤੀ ਦੇ ਅੰਦਰ ਇਹ ਬਚਨ ਕੀਤੇ ਕਿ ਬੰਦਗੀ ਕੁਨ ਬੰਦਗੀ ਕੁਨ ਬੰਦਗੀ, ਕਿ ਆਖਿਆ ਕਿ ਗੁਰਮੁਖਾ, ਕੁਨ ਦਾ ਅਰਥ ਫਾਰਸੀ ਦੇ ਅੰਦਰ ਹੁੰਦਾ ਹੈ ਕਰ, ਕਿ ਐ ਗੁਰਮੁਖਾ ਬੰਦਗੀ ਕਰ, ਬੰਦਗੀ ਕਰ, ਬੰਦਗੀ ਕਰ। ਕਿਉਂਕਿ ਵਿਦਵਾਨਾਂ ਦਾ ਇਹ ਖਿਆਲ ਹੈ ਕਿ ਜਿਹੜੀ ਗੱਲ 3 ਵਾਰ ਆਖ ਦਿੱਤੀ ਜਾਵੇ ਉਸ ਨੂੰ ਮੰਨਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਭਾਈ ਨੰਦ ਲਾਲ ਸਾਹਿਬ ਜੀ ਨੇ ਵੀ ਇਹ ਬੰਦਗੀ ਸ਼ਬਦ ਦੂਸਰੀ ਪੰਕਤੀ ਦੇ ਅੰਦਰ 3 ਵਾਰ ਲਿਖਿਆ ਹੈ, ਬੰਦਗੀ ਕੁਨ ਬੰਦਗੀ ਕੁਨ ਬੰਦਗੀ। ਤੇ ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਵੀ ਇਹੀ ਬਚਨ ਕਰ ਰਹੇ ਨੇ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਕਿ ਗੁਰੂ ਦੀ ਸੇਵਾ ਵੀ ਆਪਾਂ ਕਈ ਪ੍ਰਕਾਰ ਕਰਕੇ ਕਰ ਸਕਦੇ ਹਾਂ। ਜਿਵੇਂ ਆਮ ਕਈ ਪਿੰਡਾਂ ਦੇ ਅੰਦਰ, ਨਗਰਾਂ ਦੇ ਅੰਦਰ ਦੇਸਣ ਦੇ ਵਿੱਚ ਆਉਂਦਾ ਹੈ, ਇਹ ਆਦਤ ਆਪਾਂ ਇੱਥੇ ਵੀ ਪਾਉਣੀ ਹੈ। ਉਹ ਕਿਹੜੀ ਹੈ
कि ਜਿਹੜੇ ਚੰਗੇ ਗੁਰਸਿੱਖ ਸੂਝਵਾਨ ਜਿਹੜੇ ਆਖਦੇ ਨੇ ਕਿ ਸਾਨੂੰ ਗੁਰੂ ਦੇ ਨਾਲ ਬੜਾ ਪ੍ਰੇਮ ਹੈ, ਜਦੋਂ ਵੀ ਸੰਸਾਰ ਦੇ ਅੰਦਰ ਗੱਲ ਚੱਲਦੀ ਹੈ ਤੇ ਉਹ ਆਖ ਦਿੰਦੇ ਨੇ ਕਿ ਸਾਡਾ ਗੁਰੂ। ਜਿਹੜੇ ਇਸ ਪ੍ਰਕਾਰ ਆਖ ਕੇ ਪਿਆਰ ਕਰਨ ਵਾਲੇ ਗੁਰਸਿੱਖ ਨੇ, ਉਹ ਸਵੇਰੇ ਗੁਰੂ ਕੀਆਂ ਸੰਗਤਾਂ ਜੁੜਦੀਆਂ ਨੇ ਪ੍ਰਕਾਸ਼ ਕਰਵਾਉਣ, ਸ਼ਾਮ ਵੇਲੇ ਨਾਲ ਲੱਗ ਕੇ ਗ੍ਰੰਥੀ ਸਹਿਬਾਨਾਂ ਦੇ ਜਿਹੜੀ ਸੁਖਾਸਨ ਦੀ ਸੇਵਾ ਹੈ ਉਹ ਕਰਵਾਈ ਜਾਵੇ। ਕਿਉਂਕਿ ਆਪਾਂ ਇਹ ਕਈ ਵਾਰ ਵਿਚਾਰ ਕਰ ਚੁੱਕੇ ਹਾਂ ਕਿ ਜਿੰਦੇ ਨਾਲ ਆਪਣਾ ਪ੍ਰੇਮ ਹੁੰਦਾ, ਜਿੰਦਾ ਆਪਾਂ ਸਤਿਕਾਰ ਕਰਦੇ ਹਾਂ, ਉਹਦੇ ਆਪਾਂ ਨੇੜੇ ਹੋਣਾ ਬਹੁਤ ਲੋਚਦੇ ਹਾਂ। ਜਿੰਦੇ ਨਾਲ ਪਿਆਰ ਹੋਵੇ, ਚਾਹੇ ਉਹ ਜਿੰਨਾ ਮਰਜ਼ੀ ਦੂਰ ਰਿਸ਼ਤੇਦਾਰ ਬੈਠਾ ਹੋਵੇ, ਆਪਾਂ ਜ਼ਰੂਰ ਜਾਂਦੇ ਹਾਂ। ਅਤੇ ਆਪਾਂ ਨਗਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਜੇ ਗੁਰੂ ਘਰੇ ਆ ਕੇ ਇੱਕ ਸਮੇਂ ਗੁਰੂ ਘਰੇ ਆਉਣਾ, ਇਹ ਗੁਰਸਿੱਖਾਂ ਦੇ ਲਈ ਇੱਕ ਮਰਿਆਦਾ ਹੈ। ਅਤੇ ਹੋਰ ਆਪਾਂ ਗੁਰੂ ਕੀ ਜਿਹੜੀ ਸੇਵਾ ਹੈ, ਜਿਵੇਂ ਆਮ ਕਰਕੇ ਇੱਕ ਗੱਲ ਆਖੀ ਜਾਂਦੀ ਹੈ ਕਿ ਪੁਰਾਣੇ ਸਮੇਂ ਦੇ ਅੰਦਰ ਜਿਹੜੇ ਰਿਸ਼ੀ ਮੁਨੀ ਸੀ ਉਹ ਬੜੇ ਬੜੇ ਜਪ ਤਪ ਕਰਦੇ ਸਨ। ਗੁਰੂ ਘਰੇ ਕੋਈ ਜਪ ਤਪ ਹੈ ਜਾਂ ਨਹੀਂ? ਗੁਰੂ ਘਰ ਦੇ ਅੰਦਰ ਗਰਮੀ ਦੀ ਰੁੱਤ ਹੋਵੇ, ਉੱਪਰੋਂ ਸੂਰਜ ਤਪ ਰਿਹਾ ਹੋਵੇ ਤੇ ਲੋਹ ਦੇ ਉੱਪਰ ਪ੍ਰਸ਼ਾਦੇ ਪਕਾਉਣੇ, ਇਹ ਕਿਸੇ ਤਪ ਦੇ ਨਾਲੋਂ ਘੱਟ ਨਹੀਂ। ਕਿਉਂਕਿ ਉਦੋਂ ਇੱਕ ਤੇ ਗਰਮੀ ਹੁੰਦੀ ਹੈ ਤੇ ਦੂਸਰਾ ਜਿਹੜੀ ਲੋਹ ਗਰਮ ਹੋਣ ਕਰਕੇ ਬਹੁਤਾ ਜ਼ਿਆਦਾ ਮੁੜਕਾ ਆਉਂਦਾ ਹੈ, ਬਹੁਤੀ ਗਰਮੀ ਮਹਿਸੂਸ ਹੁੰਦੀ ਹੈ। ਉਸ ਗਰਮੀ ਦੇ ਅੰਦਰ ਮਾਤਾਵਾਂ ਭੈਣਾਂ ਜੇ ਪ੍ਰਸ਼ਾਦਾ ਲਾ ਰਹੀਆਂ ਨੇ ਤੇ ਇਹ ਕਿਸੇ ਤਪ ਦੇ ਨਾਲੋਂ ਘੱਟ ਨਹੀਂ। ਤੇ ਇਹ ਆਦਤ ਸਾਨੂੰ ਬਰਕਰਾਰ ਵੀ ਰੱਖਣੀ ਚਾਹੀਦੀ ਹੈ। ਅੱਜ ਕੱਲ੍ਹ ਬਹੁਤੇ ਗੁਰੂ ਘਰਾਂ ਦੇ ਅੰਦਰ ਜਦੋਂ ਸਮਾਗਮ ਹੁੰਦੇ ਨੇ ਤੇ ਆਪਾਂ ਕਿਰਾਏ 'ਤੇ ਲਿਆ ਕੇ ਪ੍ਰਸ਼ਾਦਾ ਪਕਾਉਣੇ ਆ, ਇਹ ਵੀ ਸਾਡੇ ਲਈ ਬਹੁਤ ਮਾੜੀ ਗੱਲ ਹੈ। ਅੱਜ ਤੋਂ ਤੁਸੀਂ 5-10 ਸਾਲ ਪਿੱਛੇ ਨਿਗਾਹ ਮਾਰ ਕੇ ਵੇਖੋ ਕਿ ਜਦੋਂ ਗੁਰੂ ਘਰੇ ਪ੍ਰਸ਼ਾਦਾ ਪਕਾਉਣਾ ਤੇ ਇਹ ਕੋਈ ਸੰਕੋਚ ਕਰਨ ਵਾਲੀ ਗੱਲ ਨਹੀਂ ਹੁੰਦੀ ਕਿ ਅਸੀਂ ਵੱਡੇ ਘਰਾਂ ਦੀਆਂ ਔਰਤਾਂ ਵਾਂ। ਗੁਰੂ ਦੇ ਨਾਲੋਂ ਕੋਈ ਵੱਡਾ ਨਹੀਂ। ਤੇ ਜਿੰਨਾ ਸਮਾਂ ਲੱਗੇ, ਜੇ ਘਰ ਦੇ ਅੰਦਰ 2-3 ਔਰਤਾਂ ਨੇ ਤੇ ਇੱਕ ਜਾਣੀ ਆ ਕੇ ਗੁਰੂ ਘਰੇ ਨਾਲ ਗੁਰਬਾਣੀ ਸੁਣੇ ਤੇ ਨਾਲ ਜਿਹੜੀ ਸੇਵਾ ਹੈ ਉਸ ਦੇ ਅੰਦਰ ਹੱਥ ਵੰਡਾਵੇ, ਇਹ ਇੱਕ ਸਾਡੇ ਗੁਰਸਿੱਖ ਹੋਣ ਦੀ ਬਹੁਤ ਵੱਡੀ ਨਿਸ਼ਾਨੀ ਹੈ। ਜਿਵੇਂ ਦਾਸ ਨੇ ਇੱਕ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਅੱਜ ਸਾਡੀ ਮਾਨਸਿਕਤਾ ਕਮਜ਼ੋਰ ਹੁੰਦੀ ਜਾ ਰਹੀ ਹੈ। ਜਿਹੜੇ ਗੁਰੂ ਘਰ ਦੇ ਅੰਦਰ ਕਦੇ ਮੌਤ ਦਾ ਡਰ ਨਹੀਂ ਸੀ, ਉੱਥੇ ਸਾਨੂੰ ਅੱਜ ਸੇਵਾ ਤੋਂ ਡਰ ਲੱਗ ਰਿਹਾ ਹੈ। ਇਸ ਲਈ ਜਿਹੜੇ ਗੁਰੂ ਘਰ ਦੇ ਅੰਦਰ ਗੁਰੂ ਜਦੋਂ ਆਵਾਜ਼ ਮਾਰਦਾ ਸੀ, ਜਾਂ ਇੱਦਾਂ ਕਹਿ ਲਵੋ ਕਿ ਬਿਨਾਂ ਆਵਾਜ਼ ਤੋਂ ਗੁਰਸਿੱਖ ਸ਼ਹੀਦੀਆਂ ਦੇਣ ਦੇ ਲਈ ਤਿਆਰ ਹੋ ਜਾਂਦੇ ਸੀ। ਤੇ ਅੱਜ ਦਾ ਕੀ ਸਮਾਂ ਹੈ ਕਿ ਜੇ ਗੁਰੂ ਘਰੇ ਸੇਵਾ ਵੀ ਕਰਨੀ ਹੋਵੇ ਤੇ ਗ੍ਰੰਥੀ ਸਿੰਘ ਹੋਕਾ ਦਿੰਦਾ ਥੱਕ ਜਾਂਦਾ ਤੇ ਕੋਈ ਆਉਂਦਾ ਹੀ ਨਹੀਂ। ਇੱਕ ਹੋਰ ਵੱਡੀ ਇੱਕ ਮਾਨਸਿਕਤਾ ਕਮਜ਼ੋਰ ਹੋਈ ਹੈ ਕਿ ਆਪਾਂ ਸਿਰਫ ਭੋਗ ਪੈਣ ਦੀ ਉਡੀਕ ਵਿੱਚ ਰਹਿੰਦੇ ਹਾਂ ਕਿ ਕਦੋਂ 9ਵੇਂ ਪਾਤਸ਼ਾਹ ਦੇ ਸ਼ਲੋਕ ਆਉਣ ਤੇ ਕਦੋਂ ਅਸੀਂ ਘਰੋਂ ਕੋਲੀ ਚੱਕੀਏ। ਇਸ ਲਈ ਚਲੋ ਜਿਹੜੇ ਕੰਮਕਾਰ ਨੇ ਉਹ ਵੀ ਜ਼ਰੂਰੀ ਨੇ, ਪਰ ਜਦੋਂ ਆਪਾਂ ਕਿਤੇ ਰਿਸ਼ਤੇਦਾਰੀ ਦੇ ਅੰਦਰ ਵਿਆਹ ਸ਼ਾਦੀ 'ਤੇ ਜਾਂਦੇ ਹਾਂ ਉਦੋਂ ਵੀ ਤਾਂ ਕੰਮ ਹੋ ਹੀ ਜਾਂਦੇ ਆ। ਇਸ ਲਈ ਜਦੋਂ ਗੁਰੂ ਘਰੇ ਕੋਈ ਸਮਾਗਮ ਹੋਵੇ, ਗੁਰਪੁਰਬ ਹੋਵੇ, ਵਿਸਾਖੀ ਹੋਵੇ
ਤੇ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਜਿਹੜੀ ਵੀ ਆਪਾਂ ਸੇਵਾ ਕਰ ਸਕਦੇ ਹਾਂ, ਜੇ ਸੇਵਾ ਨਹੀਂ ਵੀ ਕਰ ਸਕਦੇ, ਸਰੀਰ ਨਹੀਂ ਵੀ ਕੰਮ ਕਰਦਾ, ਤੇ ਆਪਾਂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਆ ਕੇ ਗੁਰਬਾਣੀ ਤਾਂ ਸੁਣ ਹੀ ਸਕਦੇ ਹਾਂ। ਕਿਉਂਕਿ ਭਗਤ ਕਬੀਰ ਸਾਹਿਬ ਜੀ ਆਪਾਂ ਨੂੰ ਆਖ ਰਹੇ ਨੇ ਕਿ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਕਿ ਇਸ ਦੇ ਕੰਮ ਹੀ ਦੋ ਨੇ, ਜਾਂ ਤੇ ਸੇਵਾ ਜਾਂ ਸਿਮਰਨ। ਕਿਉਂਕਿ ਇਤਿਹਾਸ ਦੇ ਅੰਦਰ ਵੀ ਇਹ ਪਾਵਨ ਬਚਨ ਆਉਂਦੇ ਨੇ ਕਿ ਸਤਿਗੁਰੂ ਸਾਹਿਬਾਨ ਜੀ ਨੇ ਸਾਨੂੰ ਦੋ ਪੰਖ ਦਿੱਤੇ ਨੇ, ਬਾਣੀ ਬਾਣਾ ਪੰਖ ਪਛਾਨੋ, ਸਿੰਘ ਗੁਰੂ ਕਾ ਪੰਛੀ ਜਾਨੋ। ਇਸ ਭਵਜਲ ਸੰਸਾਰ ਤੋਂ, ਸਮੁੰਦਰ ਤੋਂ ਤਰਨ ਦੇ ਲਈ ਸਤਿਗੁਰੂ ਸਾਹਿਬਾਨ ਜੀ ਨੇ ਸਾਨੂੰ ਵਿਹੰਗਮ ਮਾਰਗ, ਪੰਛੀ ਵਾਲਾ ਮਾਰਗ ਦਿੱਤਾ ਹੈ। ਤੇ ਪੰਛੀ ਦੇ ਜਿਵੇਂ ਦੋ ਪੰਖ ਹੁੰਦੇ ਨੇ, ਦੋ ਖੰਭ ਹੁੰਦੇ ਨੇ, ਉਸੇ ਪ੍ਰਕਾਰ ਗੁਰਸਿੱਖਾਂ ਨੂੰ ਵੀ ਦੋ ਪੰਖ ਦਿੱਤੇ ਨੇ। ਉਹ ਕਿਹੜੇ ਨੇ? ਬਾਣੀ ਬਾਣਾ ਪੰਖ ਪਛਾਨੋ, ਬਾਣੀ ਪੜ੍ਹਨੀ ਤੇ ਬਾਣਾ ਧਾਰਨ ਕਰਨਾ। ਬਾਣੇ ਤੋਂ ਭਾਵ ਹੈ ਪੰਜ ਕਕਾਰੀ ਹੋਣਾ। ਇਹ ਦੋ ਪੰਖਾਂ ਦੇ ਨਾਲ ਆਪਾਂ ਇਸ ਸੰਸਾਰ ਸਮੁੰਦਰ ਨੂੰ ਪਾਰ ਕਰ ਸਕਦੇ ਹਾਂ। ਸੋ ਇਸ ਲਈ ਜਿੰਨਾ ਵੱਧ ਚੜ੍ਹ ਕੇ ਜਿਹੜੇ ਨੌਜਵਾਨ ਗੁਰਸਿੱਖ ਵੀਰ ਨੇ, ਉਹ ਸੇਵਾ ਦੇ ਵਿੱਚ ਵੀ ਆਪਾਂ ਹਿੱਸਾ ਲਿਆ ਕਰੀਏ। ਕਿਉਂਕਿ ਇਸ ਦੇ ਨਾਲ ਹੀ ਅਸੀਂ ਗੁਰੂ ਦੀਆਂ ਜਿਹੜੀਆਂ ਖੁਸ਼ੀਆਂ ਨੇ ਉਹਨਾਂ ਨੂੰ ਪ੍ਰਾਪਤ ਕਰ ਸਕਦੇ ਹਾਂ। ਤੇ ਅੱਗੇ ਪਾਵਨ ਬਚਨ ਭਗਤ ਕਬੀਰ ਸਾਹਿਬ ਜੀ ਕਰਦੇ ਨੇ, ਇਸ ਦੇਹੀ ਕੋ ਸਿਮਰਹਿ ਦੇਵ। ਇਹ ਜਿਹੜੀ ਮਨੁੱਖਾ ਦੇਹੀ ਹੈ, ਮਨੁੱਖਾ ਸਰੀਰ ਹੈ, ਇਸ ਦੀ ਕਿੰਨੀ ਕੁ ਕੀਮਤ ਹੈ। ਭਗਤ ਕਬੀਰ ਸਾਹਿਬ ਜੀ ਨੇ ਇਹ ਮੋਹਰ ਲਾਈ ਹੈ, ਇਸ ਦੇਹੀ ਕੋ ਸਿਮਰਹਿ ਦੇਵ। ਇਹ ਜਿਹੜਾ ਮਨੁੱਖਾ ਸਰੀਰ ਹੈ, ਇਸ ਨੂੰ ਦੇਵਤੇ ਵੀ ਯਾਦ ਕਰਦੇ ਨੇ। ਕਿਉਂ ਕਰਦੇ ਨੇ? ਕਿਉਂਕਿ ਜਿਹੜੇ ਦੇਵਤੇ ਨੇ ਉਹਨਾਂ ਦੇ ਕੋਲ ਸਰੀਰ ਨਹੀਂ ਹੁੰਦਾ। ਆਪਣਾ ਜਿਹੜਾ ਸਰੀਰ ਹੈ ਉਹ ਪੰਜ ਤੱਤਾਂ ਦਾ ਬਣਿਆ ਹੁੰਦਾ ਹੈ, ਪਰ ਜਿਹੜੇ ਦੇਵਤੇ ਨੇ ਉਹਨਾਂ ਦੇ ਸਰੀਰ ਦੇ ਅੰਦਰ ਜਿਹੜਾ ਮਿੱਟੀ ਤੱਤ ਹੁੰਦਾ ਹੈ ਉਹ ਨਹੀਂ ਹੁੰਦਾ, ਜਿਸ ਦੇ ਨਾਲ ਉਹ ਕੰਮ ਨਹੀਂ ਕਰ ਸਕਦੇ ਜਿਹੜੇ ਆਪਾਂ ਕਰ ਰਹੇ ਹਾਂ। ਦੇਵਤੇ ਕਦੇ ਵੀ ਮੁਕਤ ਨਹੀਂ ਹੋ ਸਕਦੇ। ਦੇਵਤਿਆਂ ਨੂੰ ਮੁਕਤ ਹੋਣ ਦੇ ਲਈ ਪਹਿਲਾਂ ਮਨੁੱਖਾ ਦੇਹੀ ਧਾਰਨੀ ਪਵੇਗੀ, ਫਿਰ ਉਹ ਮੁਕਤ ਹੋ ਸਕਦੇ ਨੇ। ਇਸ ਲਈ ਭਗਤ ਕਬੀਰ ਸਾਹਿਬ ਜੀ ਆਖਦੇ ਨੇ, ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰਿ ਕੀ ਸੇਵ। ਤੇ ਉਹੀ ਜਿਹੜੀ ਦੇਹੀ ਹੈ, ਸਾਡੇ ਮਨੁੱਖਾਂ ਦੇ ਵਡਭਾਗ ਨੇ, ਵੱਡੇ ਭਾਗ ਨੇ ਕਿ ਉਹ ਦੇਹੀ ਸਾਨੂੰ ਪ੍ਰਾਪਤ ਹੋਈ ਹੈ। ਤੇ ਹੁਣ ਪ੍ਰਾਪਤ ਹੋ ਗਈ, ਇਸ ਤੋਂ ਆਪਾਂ ਲਾਹਾ ਕੀ ਲੈਣਾ ਹੈ, ਉਹ ਆਪਾਂ ਸੋਚ ਵਿਚਾਰ ਕਰਨੀ ਹੈ ਕਿ ਇਸ ਮਨੁੱਖਾ ਦੇਹੀ ਨੂੰ ਸਿਰਫ ਆਪਾਂ ਨਸ਼ੇ ਵਿਸ਼ਿਆਂ ਦੇ ਵਿੱਚ ਲਾ ਕੇ ਗਾਲ ਦੇਣਾ ਹੈ, ਜਾਂ ਗੁਰੂ ਕੀ ਸਿੱਖਿਆ ਦੇ ਉੱਪਰ ਚੱਲ ਕੇ ਇਸ ਨੂੰ ਸਫਲ ਕਰਨਾ ਹੈ। ਸਤਿਗੁਰ ਸਾਹਿਬਾਨ ਜੀ ਨੂੰ ਆ ਕੇ ਇਹ ਬੇਨਤੀ ਕਰ ਦਈਏ, ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਗੁਰੂ ਦੇ ਲੇਖੇ ਇਹ ਜਿਹੜੀ ਉਮਰ ਹੈ ਉਹ ਲਾ ਦਈਏ। ਇਹ ਹੈ ਬਹੁਤ ਔਖਾ, ਕਿਉਂਕਿ ਜਿਹੜੀ ਸੰਸਾਰੀ ਮੋਹ ਮਾਇਆ ਹੈ, ਇਸ ਨੂੰ ਛੱਡਣਾ ਬਹੁਤ ਔਖਾ ਹੈ। ਪਰ ਫਿਰ ਵੀ ਆਪਾਂ ਗੁਰੂ ਕੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰੀਏ ਕਿ ਮਹਾਰਾਜ, ਅਸੀਂ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਇਸੇ ਹੀ ਸ਼ਬਦ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਨੇ ਅੱਗੇ ਚੱਲ ਕੇ ਬਚਨ ਲਿਖੇ ਨੇ, ਅਬ ਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨ ਭਜਿਆ ਜਾਈ।
ਇਸ ਪੰਕਤੀ ਦੇ ਵਿਦਵਾਨ ਦੋ ਅਰਥ ਕਰਦੇ ਨੇ। ਭਗਤ ਕਬੀਰ ਸਾਹਿਬ ਜੀ ਆਖਦੇ ਨੇ ਅਬ ਨਾ ਭਜਸ। ਅਬ ਦਾ ਅਰਥ ਹੈ ਹੁਣ, ਚੱਲ ਰਹੇ ਸਮੇਂ ਦੇ ਅੰਦਰ, ਜਿਸ ਨੂੰ ਆਪਾਂ ਆਖਦੇ ਹਾਂ ਕਿ ਬੁੱਢੇ ਹੋ ਕੇ ਨਾਮ ਜਪ ਲਵਾਂਗੇ, ਬੁੱਢੇ ਹੋ ਕੇ ਆਪਾਂ ਗੁਰਬਾਣੀ ਪੜ੍ਹ ਲਵਾਂਗੇ। ਬੁੱਢੇ ਹੋਇਆਂ ਤੇ ਆਪਣੇ ਕੋਲੋਂ ਆਪਣੇ ਆਪ ਚੱਲਿਆ ਨਹੀਂ ਜਾਂਦਾ, ਆਪਣੇ ਆਪ ਨਹਾਇਆ ਨਹੀਂ ਜਾਂਦਾ। ਉਦੋਂ ਤਾਂ ਅਸੀਂ ਬੋਲਦੇ ਕੁਝ ਹੋਰ ਹਾਂ ਤੇ ਸਾਹਮਣੇ ਵਾਲੇ ਨੂੰ ਸੁਣਦਾ ਕੁਝ ਹੋਰ ਹੈ। ਉਦੋਂ ਸੁਣਨਾ ਵੀ ਘੱਟ ਹੋ ਜਾਂਦਾ ਹੈ, ਬੋਲ ਵੀ ਆਪਾਂ ਚੰਗੀ ਤਰ੍ਹਾਂ ਨਹੀਂ ਸਕਦੇ। ਉਦੋਂ ਫਿਰ ਆਪਾਂ ਨਾਮ ਜਪਣ ਦੀ ਕੋਈ ਆਸ ਨਹੀਂ ਰੱਖ ਸਕਦੇ, ਕਿਉਂਕਿ ਜੇ ਆਪਾਂ ਸੋਚਦੇ ਹਾਂ ਕਿ ਵੱਡੇ ਹੋਣ ਦੇ ਨਾਲ ਜਿਹੜੀ ਆਪਣੀ ਤ੍ਰਿਸ਼ਨਾ ਹੈ, ਜਿਹੜੀ ਆਪਣੀ ਚਤੁਰ ਚਲਾਕੀ ਹੈ, ਉਹ ਘਟ ਜਾਵੇਗੀ, ਇਹ ਵਹਿਮ ਹੈ। ਕਿਉਂਕਿ ਜਿਹੜੇ ਬੰਦੇ ਦੀ ਆਦਤ ਹੁੰਦੀ ਹੈ ਟਿੱਚਰ ਕਰਨ ਦੀ, ਉਹਦਾ ਉੱਦਾਂ ਹੀ ਸੁਭਾਅ ਬਣਿਆ ਰਹਿੰਦਾ। ਉਹ ਚਾਹੇ ਨੌਜਵਾਨ ਤੋਂ ਬੁੱਢਾ ਹੋ ਜੇ, ਉਹਦੀ ਆਦਤ ਨਹੀਂ ਜਾਂਦੀ। ਕਿਉਂਕਿ ਜਿਹੜੀ ਆਦਤ ਸਾਨੂੰ ਬਚਪਨ ਵਿੱਚ ਹੁੰਦੀ ਹੈ ਉਹੀ ਜਵਾਨੀ ਵਿੱਚ ਹੁੰਦੀ ਹੈ, ਅਤੇ ਜਿਹੜੀ ਜਵਾਨੀ ਵਿੱਚ ਹੁੰਦੀ ਹੈ ਉਹੀ ਬੁਢੇਪੇ ਵਿੱਚ ਹੁੰਦੀ ਹੈ। ਕੋਈ ਐਸੇ ਗੁਰੂ ਦੀ ਕਿਰਪਾ ਵਾਲੇ ਹੁੰਦੇ ਨੇ ਜਿਨ੍ਹਾਂ ਦੇ ਉੱਪਰ ਕਿਰਪਾ ਹੋਵੇ, ਨਹੀਂ ਤਾਂ ਬਹੁਤਾ ਵੇਖਣ ਵਿੱਚ ਆਉਂਦਾ ਹੈ ਕਿ ਬਜ਼ੁਰਗ ਅਵਸਥਾ ਦੇ ਅੰਦਰ ਵੀ ਜੇ ਕੋਈ ਆਖੇ ਕਿ ਬਾਪੂ ਨਾਮ ਜਪ ਲੈ, ਬੜੇ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਦੀ 60 70 ਸਾਲ ਉਮਰ ਹੋਵੇਗੀ, ਹਜੇ ਵੀ ਉਹ ਨਾਮ ਜਪਣ ਦੇ ਲਈ, ਗੁਰਬਾਣੀ ਪੜ੍ਹਨ ਦੇ ਲਈ ਤਿਆਰ ਨਹੀਂ। ਉਹਨਾਂ ਨੂੰ ਦਾਰੂ ਦੀ ਬੋਤਲ ਚਾਹੀਦੀ ਹੈ। ਇਹ ਇੱਕ ਮਾੜੇ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ ਕਿ ਜਿਹੜਾ ਆਪਣੇ ਅੰਤਲੇ ਸਮੇਂ ਦੇ ਅੰਦਰ ਵੀ ਸੋਝੀ ਨਾ ਆਉਣੀ, ਸਮਝ ਨਾ ਆਉਣੀ। ਤੇ ਭਗਤ ਕਬੀਰ ਸਾਹਿਬ ਜੀ ਇਹ ਗੱਲ ਪੁਕਾਰ ਕੇ ਆਖ ਰਹੇ ਨੇ ਕਿ ਅਬ ਨਾ ਭਜਸ, ਭਜਸ ਕਬ ਭਾਈ। ਕਹਿੰਦੇ ਕਿ ਹੁਣ ਬਚਪਨ ਦੀ ਅਵਸਥਾ ਦੇ ਅੰਦਰ, ਜਵਾਨੀ ਦੀ ਅਵਸਥਾ ਦੇ ਅੰਦਰ ਜੇ ਨਾਮ ਨਹੀਂ ਜਪਦਾ, ਗੁਰਬਾਣੀ ਨਹੀਂ ਪੜ੍ਹਦਾ, ਸੇਵਾ ਸਿਮਰਨ ਨਹੀਂ ਕਰਦਾ, ਭਜਸ ਕਬ ਭਾਈ, ਫਿਰ ਕਦੋਂ ਭਜੇਗਾ? ਫਿਰ ਕਿਹੜਾ ਵੇਲਾ ਹੈ, ਕਿਹੜੀ ਉਮਰ ਆਉਣੀ ਹੈ ਜਦੋਂ ਨਾਮ ਜਪਣਾ। ਤੇ ਅੱਗੇ ਬਚਨ ਕਰਦੇ ਨੇ ਆਵੈ ਅੰਤ ਨਾ ਭਜਿਆ ਜਾਈ। ਜਦੋਂ ਅੰਤ ਵੇਲਾ ਆ ਜਾਵੇ, ਅਖੀਰ ਜਦੋਂ ਜਮਦੂਤ ਲੈਣ ਆਉਂਦੇ ਨੇ, ਨਾ ਭਜਿਆ ਜਾਈ, ਉਦੋਂ ਨਾਮ ਨਹੀਂ ਜਪਿਆ ਜਾਂਦਾ। ਉਦੋਂ ਤੇ ਪੁੱਤਰ ਧੀਆਂ ਡਾਕਟਰ ਕੋਲ ਖੜੇ ਰਹਿ ਜਾਂਦੇ ਆ, ਉਹ ਵੀ ਬਚਾ ਨਹੀਂ ਸਕਦੇ। ਕਿਉਂਕਿ ਮਨੁੱਖ ਦਾ ਸਭ ਤੋਂ ਪਹਿਲਾਂ ਕੰਠ ਰੁਕਦਾ ਹੈ, ਗਲਾ ਰੁਕਦਾ ਹੈ। ਤੇ ਜੇ ਗਲਾ ਰੁਕ ਜਾਵੇ ਤੇ ਬੰਦਾ ਬੋਲ ਹੀ ਨਹੀਂ ਸਕਦਾ, ਉਹਨੂੰ ਜਿੰਨਾ ਮਰਜ਼ੀ ਦੁੱਖ ਹੋ ਰਿਹਾ ਹੋਵੇ। ਕਿਉਂਕਿ ਇੱਕ ਸ਼ਬਦ ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ, ਝੰਜੋੜਿਆ। ਤੇ ਉਹ ਜਿਹੜੇ ਜਮਦੂਤ ਨੇ ਇਸ ਮਨੁੱਖਾ ਸਰੀਰ ਨੂੰ ਆ ਕੇ ਝੰਜੋੜਦੇ ਨੇ। ਤੇ ਝੰਜੋੜਨਾ ਸ਼ਬਦ ਇੱਦਾਂ ਦਾ ਹੈ ਜਿਹੜਾ ਸਾਰੇ ਬੰਨੋਂ, ਜਿਵੇਂ ਆਪਾਂ ਨੂੰ ਕਿਸੇ ਨੇ ਮੁੱਠੀ ਵਿੱਚ ਲੈ ਲਿਆ ਹੋਵੇ। ਤੇ ਇਸ ਪੰਕਤੀ ਦੇ ਕਈ ਵਿਦਵਾਨ ਇਹ ਵੀ ਅਰਥ ਕਰਦੇ ਨੇ ਆਵੈ ਅੰਤ ਨਾ ਭੱਜਿਆ ਜਾਈ, ਕਿ ਜਦੋਂ ਅੰਤ ਵੇਲਾ ਆ ਜਾਵੇ ਉਦੋਂ ਭੱਜਿਆ ਵੀ ਨਹੀਂ ਜਾਂਦਾ ਵੀ ਆਪਾਂ ਬਚ ਕੇ ਕਿਤੇ ਲੁਕ ਜਾਵਾਂਗੇ। ਜਿਵੇਂ ਬੱਚਿਆਂ ਨੂੰ ਆਸ ਹੁੰਦੀ ਹੈ, ਕਈ ਵਾਰ ਜਦੋਂ ਆਕਾਸ਼ ਦੇ ਅੰਦਰ ਜਹਾਜ਼ ਜਾਂਦੇ ਨੇ ਤੇ ਬੱਚੇ ਡਰ ਕੇ ਆਪਣੀ ਮਾਂ ਦੀ ਗੋਦ ਵਿੱਚ ਜਾ ਕੇ ਲੁਕ ਜਾਂਦੇ ਆ। ਪਰ ਉਹ ਸਮਾਂ ਤੇ ਐਸਾ ਆਉਂਦਾ ਜਦੋਂ ਲੁਕਿਆ ਵੀ ਨਹੀਂ ਜਾ ਸਕਦਾ। ਕਿਉਂਕਿ ਗੁਰਬਾਣੀ ਦੇ ਅੰਦਰ ਇੱਕ ਐਸੇ ਬਚਨ ਆਏ ਨੇ, ਆਪਾਂ ਇਤਿਹਾਸ ਵਿੱਚੋਂ ਪੜ੍ਹਦੇ ਸੁਣਦੇ ਰਹਿੰਦੇ ਹਾਂ ਕਿ ਭਗਤਾਂ ਨੂੰ ਬੜੇ ਦੁੱਖ ਮਿਲੇ ਨੇ। ਭਗਤ ਕਬੀਰ ਸਾਹਿਬ ਜੀ ਨੂੰ ਵੇਖੋ, ਹਾਥੀ ਦੇ ਥੱਲੇ ਲਤਾੜਿਆ ਗਿਆ,
ਸਰੀਰ ਜਿਹੜਾ ਸੰਗਲਾਂ ਦੇ ਨਾਲ, ਜੰਜੀਰਾਂ ਦੇ ਨਾਲ ਬੰਨ੍ਹ ਕੇ ਗੰਗਾ ਦੇ ਵਿੱਚ ਰੋੜ ਦਿੱਤਾ ਗਿਆ। ਵੱਡੇ ਤੋਂ ਵੱਡੇ ਜਿਹੜੇ ਤਸੀਹੇ ਹਨ ਉਹ ਭਗਤਾਂ ਨੂੰ ਦਿੱਤੇ ਗਏ, ਪਰ ਭਗਤਾਂ ਨੇ ਪਰਮੇਸ਼ਰ ਵਾਹਿਗੁਰੂ ਜੀ ਦੇ ਆਸਰੇ ਦਾ ਸਦਕਾ ਕਿਸੇ ਵੀ ਦੁੱਖ ਨੂੰ ਦੁੱਖ ਨਹੀਂ ਮੰਨਿਆ। ਪਰ ਜਦੋਂ ਭਗਤਾਂ ਦੇ ਸਾਹਮਣੇ ਇੱਕ ਦੁੱਖ ਆਇਆ ਤੇ ਭਗਤਾਂ ਨੇ ਵੀ ਬਾਹਾਂ ਉੱਚੀਆਂ ਕਰਕੇ ਪੁਕਾਰ ਕੀਤੀ। ਉਹ ਕੀ ਕੀਤੀ? ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹਿ ਅਰ ਗਰਭ ਬਸੇਰਾ। ਦੇਖੋ, ਭਗਤਾਂ ਨੂੰ ਵੀ ਇਹ ਬੇਨਤੀ ਕਰਨੀ ਪਈ ਕਿ ਹੇ ਪਰਮੇਸ਼ਰ ਵਾਹਿਗੁਰੂ ਜੀਓ, ਮੇਰਾ ਇੱਕ ਦੁੱਖ ਕੱਟ ਦਿਓ। ਉਹ ਕਿਹੜਾ ਹੈ? ਅਗਨ ਦਹਿ, ਜਿਹੜਾ ਇਹ ਵਾਰ-ਵਾਰ ਤ੍ਰਿਸ਼ਨਾ ਦੀ ਅਗਨੀ ਦੇ ਵਿੱਚ ਸੜਨਾ, ਈਰਖਾ ਦੀ ਅਗਨੀ ਦੇ ਵਿੱਚ ਸੜਨਾ, ਔਰ ਗਰਭ ਬਸੇਰਾ, ਵਾਰ-ਵਾਰ ਮਾਤਾ ਦੇ ਉਦਰ ਦੇ ਅੰਦਰ ਪ੍ਰਵੇਸ਼ ਕਰਕੇ ਜਨਮ ਲੈਣਾ, ਫਿਰ ਮਰਨਾ, ਫਿਰ ਪ੍ਰਵੇਸ਼ ਕਰਨਾ। ਕਿਉਂਕਿ ਇਹ ਜਿਹੜਾ ਵਾਰ-ਵਾਰ ਜਨਮ ਲੈਣਾ, ਇਹ ਇਸ ਪ੍ਰਕਾਰ ਹੈ ਜਿਵੇਂ ਆਪਾਂ ਕੋਈ ਮਨੁੱਖ MA PhD ਕਰ ਰਿਹਾ ਹੋਵੇ, BA ਦੀ ਪੜ੍ਹਾਈ ਕਰ ਰਿਹਾ ਹੋਵੇ, ਤੇ MA BA ਦੀ ਪੜ੍ਹਾਈ ਕਰਦਿਆਂ ਨੂੰ ਕੋਈ ਆ ਕੇ ਇਹ ਆਖੇ ਕਿ ਤੁਸੀਂ ਫਿਰ ਅੱਜ ਪਹਿਲੀ ਕਲਾਸ ਦੇ ਵਿੱਚ ਬਹਿਣਾ ਹੈ, ਉੱਥੇ ਲੱਗਣਾ ਹੈ, ਤੇ ਉਹ ਆਖੇਗਾ ਕਿ ਮੈਂ ਤੇ ਹੁਣ ਵੱਡਾ ਹੋ ਗਿਆ, ਮੈਂ ਕਿਉਂ ਪਹਿਲੀ ਕਲਾਸ ਵਿੱਚ ਜਾਵਾਂ। ਇਹ ਵੀ ਉਸੇ ਪ੍ਰਕਾਰ ਹੈ। ਆਪਾਂ ਜਨਮ ਲੈਂਦੇ ਹਾਂ, ਬਚਪਨ ਦੇ ਕਿੰਨੇ ਦੁੱਖ ਨੇ, ਜਵਾਨੀ ਦੇ ਕਿੰਨੇ ਦੁੱਖ ਨੇ, ਬੁਢੇਪੇ ਦੇ ਕਿੰਨੇ ਦੁੱਖ ਨੇ, ਉਹਨਾਂ ਨੂੰ ਆਪਾਂ ਭੋਗਦੇ ਹਾਂ। ਫਿਰ ਮੌਤ ਹੁੰਦੀ ਹੈ, ਕਰਮਾਂ ਦੇ ਅਨੁਸਾਰ ਸਾਨੂੰ ਸਜ਼ਾ ਮਿਲਦੀ ਹੈ। ਸਜ਼ਾ ਤੋਂ ਬਾਅਦ ਜੂਨਾ ਭੋਗ ਕੇ ਫਿਰ ਆਪਾਂ ਜਨਮ ਲੈਂਦੇ ਹਾਂ। ਤੇ ਇਹ ਜਿਹੜਾ ਵਾਰ-ਵਾਰ ਜਨਮ ਲੈਣਾ, ਮਰਨਾ, ਇਸ ਨੂੰ ਭਗਤਾਂ ਨੇ ਵੀ ਬਹੁਤ ਵੱਡਾ ਦੁੱਖ ਮੰਨਿਆ ਹੈ। ਇਸ ਲਈ ਅਸੀਂ ਸਾਰੇ ਗੁਰਸਿੱਖ ਰਲ ਮਿਲ ਕੇ ਕੋਸ਼ਿਸ਼ ਕਰੀਏ ਕਿ ਜਿੱਥੇ ਆਪਾਂ ਹੋਰ ਕੰਮਾਂ ਦੇ ਵਿੱਚ ਇੱਕ ਦੂਜੇ ਦੇ ਸਹਾਈ ਹੁੰਦੇ ਹਾਂ, ਸਹਾਇਤਾ ਕਰਦੇ ਹਾਂ, ਉੱਥੇ ਮਾਤਾਵਾਂ ਭੈਣਾਂ ਆਪਣੇ ਸੰਬੰਧੀਆਂ ਨੂੰ ਔਰ ਵੀਰ ਬਜ਼ੁਰਗ ਆਪਣੇ ਸੰਬੰਧੀਆਂ ਨੂੰ, ਦੋਸਤ ਮਿੱਤਰਾਂ ਨੂੰ ਗੁਰਬਾਣੀ ਪੜ੍ਹਨ ਦੇ ਵੱਲ ਪ੍ਰੇਰਿਤ ਕਰੀਏ, ਨਾਮ ਜਪਣ ਵੱਲ ਪ੍ਰੇਰਿਤ ਕਰੀਏ ਕਿ ਆਓ ਜਿੱਥੇ ਆਪਾਂ ਘੰਟਾ 2 ਘੰਟੇ ਬੈਠ ਕੇ ਗੱਲਾਂ ਕਰਦੇ ਹਾਂ, ਕਿਉਂਕਿ ਸੱਥਾਂ ਕੱਲੀਆਂ ਗੱਲਾਂ ਮਾਰਨ ਦੇ ਲਈ ਨਹੀਂ ਬਣੀਆਂ ਸੀ। ਪੁਰਾਣੇ ਸਮੇਂ ਦਾ ਤੁਸੀਂ ਇਤਿਹਾਸ ਪੜ੍ਹ ਕੇ ਵੇਖ ਲਓ ਜਾਂ ਵੀਡੀਓ ਵੀ ਤੁਹਾਨੂੰ ਮਿਲ ਜਾਣਗੀਆਂ। ਪੁਰਾਣੇ ਜਿਹੜੇ ਬਜ਼ੁਰਗ ਜਦੋਂ ਸੱਥਾਂ ਦੇ ਵਿੱਚ ਬੈਠਦੇ ਸੀ, ਉਹ ਬੈਠ ਕੇ ਵਿਚਾਰਾਂ ਕਰਦੇ ਸੀ, ਕੋਈ ਚੰਗੇ ਗੁਰੂ ਦੀ ਗੱਲ ਕਰਨੀ। ਕਈ ਤਾਂ ਐਸੀਆਂ ਵੀ ਵੀਡੀਓ ਮਿਲਦੀਆਂ ਨੇ ਜਿਨ੍ਹਾਂ ਦੇ ਅੰਦਰ ਸੱਥਾਂ ਦੇ ਵਿੱਚ ਬੈਠੇ ਬਜ਼ੁਰਗ ਨਾਮ ਜਪ ਰਹੇ ਨੇ। ਤੇ ਇਸ ਲਈ ਜਿਹੜੀਆਂ ਸੱਥਾਂ ਨੇ ਉਹ ਕੱਲੀਆਂ ਗੱਲਾਂ ਮਾਰਨ ਦੇ ਲਈ ਜਾਂ ਚੁਗਲੀਆਂ ਕਰਨ ਦੇ ਲਈ ਨਹੀਂ ਬਣੀਆਂ ਹੁੰਦੀਆਂ। ਉੱਥੇ ਵੀ ਬੈਠ ਕੇ ਅਸੀਂ ਨਾਮ ਜਪ ਸਕਦੇ ਹਾਂ, ਕਿਉਂਕਿ ਇਕੱਲਾ ਤਾਸ਼ ਖੇਡ ਕੇ, ਜੂਆ ਖੇਡ ਕੇ ਜੀਵਨ ਨੂੰ ਵਿਅਰਥ ਗਵਾ ਦੇਣਾ, ਇਹ ਕੋਈ ਸਿਆਣੇ ਬੰਦੇ ਦਾ ਕੰਮ ਨਹੀਂ ਹੁੰਦਾ। ਨਾਲੇ ਸਿਆਣੇ ਬੰਦੇ ਨੂੰ ਤਾਂ ਉਵੇਂ ਕੰਮਾਂ ਤੋਂ ਵਿਹਲ ਨਹੀਂ ਹੁੰਦੀ। ਇਸ ਲਈ ਜਦੋਂ ਵੀ ਸਾਨੂੰ ਸਮਾਂ ਮਿਲੇ, ਅਸੀਂ ਉਹ ਸਮਾਂ ਗੁਰਬਾਣੀ ਪੜ੍ਹਨ ਦੇ ਅੰਦਰ, ਜੇ ਨਹੀਂ ਪੜ੍ਹਨੀ ਆਉਂਦੀ ਤੇ ਗੁਰਬਾਣੀ ਸੁਣਨ ਦੇ ਵਿੱਚ ਲਾਈਏ। ਨਹੀਂ ਤੇ ਫਿਰ ਹਾਲ ਉਹੀ ਹੋਣਾ ਜਿਹੜਾ ਆਪਾਂ ਸੁਣ ਲਿਆ ਹੈ ਕਿ ਆਵੈ ਅੰਤ ਨਾ ਭੱਜਿਆ ਜਾਈ। ਫਿਰ ਕਿਤੇ ਭੱਜਿਆ ਨਹੀਂ ਜਾ ਸਕਦਾ ਕਿ ਆਪਾਂ ਕਿਤੇ ਜਾ ਕੇ ਲੁਕ ਜਾਵਾਂਗੇ। ਫਿਰ ਤੇ ਜਮਦੂਤਾ ਕੇ ਹੇਰੂ ਆਏ, ਉਹ ਆ ਜਾਂਦੇ ਆ ਤੇ ਲੈ ਜਾਂਦੇ। ਫਿਰ ਸਰੀਰ ਦੀ ਹਾਲਤ ਤੇ ਉਹੀ ਹੁੰਦੀ ਹੈ ਕਿ ਜਿੰਦ ਨਿਮਾਣੀ ਕੱਢੀ ਹੈ, ਹੱਡਾਂ ਕੂ ਕੜਕਾਏ, ਹੱਡ ਟੁੱਟਦੇ ਨੇ। ਇਹ ਗੁਰਬਾਣੀ ਦੇ ਵਿੱਚ ਗੱਲਾਂ ਜਿਹੜੀਆਂ ਲਿਖੀਆਂ ਹੋਈਆਂ ਨੇ, ਇਹ ਇੱਕ ਨਾ ਇੱਕ ਦਿਨ ਸੱਚ ਆਪਣੇ ਨਾਲ ਵੀ ਹੋਣੀਆਂ ਨੇ। ਇਹ ਇਕੱਲਾ ਇਹ ਨਹੀਂ ਕਿ ਆਪਾਂ ਪੜ੍ਹ ਲਿਆ, ਸੁਣ ਲਿਆ ਤੇ ਘਰਾਂ ਨੂੰ ਚਲੇ ਗਏ। ਇਹ ਜਿਹੜੀ ਗੱਲ ਹੈ ਕਿ ਜਦੋਂ ਇਹ ਜਿਹੜੀ ਨਿਮਾਣੀ ਜਿੰਦ ਇਸ ਸਰੀਰ ਦੇ ਵਿੱਚੋਂ ਕੱਢੀ ਜਾਂਦੀ ਹੈ,
ਤੇ ਸਰੀਰ ਬੜਾ ਝੰਜੋੜਿਆ ਜਾਂਦਾ ਹੈ। ਨਾਲੇ ਆਪਣੇ ਸਾਰਿਆਂ ਦੇ ਵੀਰ ਬਜ਼ੁਰਗ ਘਰਾਂ ਦੇ ਵਿੱਚੋਂ ਚੜ੍ਹਾਈ ਕਰਦੇ ਨੇ, ਸਾਨੂੰ ਪਤਾ ਹੀ ਹੈ। ਬਹੁਤਿਆਂ ਨੇ ਮੌਤ ਹੁੰਦੀ ਵੇਖੀ ਵੀ ਹੋਵੇਗੀ ਕਿ ਉਦੋਂ ਕੀ ਹਾਲਤ ਹੁੰਦੀ ਹੈ। ਆਮ ਕਰਕੇ ਲੋਕ ਭਾਲਦੇ ਨੇ ਕਿ ਸਾਨੂੰ ਕੋਈ ਬਚਾ ਲਵੇ, ਸਾਡੀ ਕੋਈ ਰੱਖਿਆ ਕਰ ਲਵੇ, ਸਾਡੇ ਕੋਈ ਟੀਕਾ ਐਸਾ ਲੱਗ ਜਾਵੇ ਜਿਹਦੇ ਨਾਲ ਸਾਡੀ ਜਾਨ ਸੌਖੀ ਹੋ ਜੇ, ਪਰ ਹੁੰਦੀ ਨਹੀਂ। ਹੁੰਦਾ ਉਹ ਹੈ ਜੋ ਪਰਮੇਸ਼ਰ ਦਾ ਭਾਣਾ। ਪਰ ਉਸ ਤੋਂ ਪਹਿਲਾਂ ਆਪਾਂ ਨਾਮ ਹੀ ਇੰਨਾ ਜਪ ਲਈਏ ਕਿ ਉਹ ਵੀ ਦੁੱਖ ਸਾਨੂੰ ਦੁੱਖ ਨਾ ਲੱਗੇ। ਸਤਿਗੁਰੂ ਸਾਹਿਬਾਨ ਜੀ ਸਾਡੇ ਉੱਪਰ ਕਿਰਪਾ ਕਰਨ। ਆਪ ਜੀ ਨੂੰ ਪਤਾ ਹੀ ਹੋਵੇਗਾ ਕਿ ਸ਼ਨੀਵਾਰ ਵਾਲਾ ਜਿਹੜਾ ਦਿਨ ਹੈ, ਉਦੋਂ ਗੁਰਸਿੱਖਾਂ ਨੇ ਵਿਚਾਰ ਕਰਕੇ ਜਿਹੜਾ ਸਿਮਰਨ ਸਮਾਗਮ ਰੱਖਿਆ ਜਾਂਦਾ ਹੈ, ਸ਼ੁਰੂ ਕੀਤਾ ਗਿਆ ਹੈ। ਉਸ ਦੇ ਅੰਦਰ ਵੀ ਜਿਹੜੀ ਸਮੇਂ ਦੀ ਵਿਚਾਰ ਉਹ 7 ਤੋਂ 8 ਰੱਖੀ ਗਈ ਹੈ। ਜੇ ਸਮਾਂ ਅੱਗੇ ਪਿੱਛੇ ਕਰਨਾ ਪਵੇਗਾ ਪ੍ਰਸ਼ਾਦੇ ਪਾਣੀ ਦੇ, ਰੋਟੀ ਪਾਣੀ ਦੇ ਹਿਸਾਬ ਦੇ ਨਾਲ, ਉਹ ਵੀ ਵਿਚਾਰ ਆਪਾਂ ਕਰ ਲਵਾਂਗੇ। ਉਸ ਦੇ ਅੰਦਰ ਵੀ ਆਪਾਂ ਵੱਧ ਚੜ੍ਹ ਕੇ ਮਾਤਾਵਾਂ ਭੈਣਾਂ ਨੇ, ਵੀਰ ਬਜ਼ੁਰਗਾਂ ਨੇ ਹਿੱਸਾ ਲੈਣਾ ਹੈ। ਗਾਹੇ ਅਵਗਾਹੇ ਸਾਡਾ ਭਲਾ ਹੋ ਜਾਵੇਗਾ। ਸੋ ਕਥਾ ਵਿਚਾਰਾਂ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਆਪ ਸੰਗਤ ਸਤਿਗੁਰ ਸਾਹਿਬਾਨ ਜੀ ਬਖਸ਼ਣ ਜੋ ਹਨ, ਬਖਸ਼ ਲੈਣਾ ਜੀ। ਫਤਿਹ ਬੁਲਾ ਕੇ ਅਰਦਾਸ ਵਿੱਚ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰ